ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਸਟੂਡੈਂਟਸ, ਇਸ ਲੈਕਚਰ ਦੇ ਵਿੱਚ ਆਪਾਂ ਅਲੱਗ-ਅਲੱਗ ਫਿਊਲਸ ਦੇ ਪ੍ਰੋਪਰਟੀਜ਼ ਬਾਰੇ, ਕੁਆਲਿਟੀਜ਼ ਬਾਰੇ, ਕਿਹੜਾ ਫਿਊਲ ਕਿਸ ਨਾਲੋਂ ਕਿਉਂ ਬੈਟਰ ਹੈ, ਇਹ ਸਭ ਡਿਸਕਸ ਕਰਨਾ ਹੈ। ਲੇਕਿਨ ਇੱਕ ਵਧੀਆ ਫਿਊਲ ਦੇ ਕੀ ਗੁਣ ਹੁੰਦੇ ਆ? ਦਿਸ ਕੁਐਸਚਨ ਇਜ਼ ਵੈਰੀ 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 ਇੰਪੋਰਟੈਂਟ। ਸੋ ਚੰਗੀ ਤਰ੍ਹਾਂ ਇਹਨੂੰ ਸੁਣਨਾ ਔਰ ਚੰਗੀ ਤਰ੍ਹਾਂ ਹੀ ਇਹਨੂੰ ਯਾਦ ਕਰਨਾ ਹੈ। ਸੋ ਕਰੈਕਟਰਿਸਟਿਕਸ ਆਫ ਗੁੱਡ ਫਿਊਲ, ਇੱਕ ਵਧੀਆ ਬਾਲਣ ਦੇ ਕੀ ਗੁਣ ਹੈ, ਰਾਈਟ? A good fuel should have following characteristics. First is high calorific value. A good fuel should have high calorific value. That is, it should produce larger amount of heat on burning. Calorific value ਦਾ ਮਤਲਬ ਹੁੰਦਾ ਕਿ ਅਸੀਂ ਫਿਊਲ ਥੋੜਾ ਬਰਨ ਕਰੀਏ ਤੇ ਸਾਨੂੰ ਫਾਇਦਾ ਜ਼ਿਆਦਾ ਹੋਵੇ, ਰਾਈਟ? ਤਾਂ ਵਧੀਆ ਫਿਊਲ ਉਹੀ ਹੈ ਜਿਹੜਾ ਬਰਨ ਹੋਣ ਤੇ ਜ਼ਿਆਦਾ ਹੀਟ ਪ੍ਰੋਡਿਊਸ ਕਰੇ, ਰਾਈਟ? ਸੋ ਸੈਕਿੰਡ ਪੁਆਇੰਟ ਹੈ ਮੋਡਰੇਟ ਇਗਨੀਸ਼ਨ ਟੈਂਪਰੇਚਰ। ਇਗਨੀਸ਼ਨ ਟੈਂਪਰੇਚਰ ਕੀ ਹੁੰਦਾ ਜਾਂ ਕਿੰਡਲਿੰਗ ਟੈਂਪਰੇਚਰ ਕੀ ਹੁੰਦਾ? ਇਟ ਇਜ਼ ਦ ਲੋਐਸਟ ਟੈਂਪਰੇਚਰ ਐਟ ਵਿਚ ਐਨੀ ਫਿਊਲ ਕੈਨ ਕੈਚ ਦ ਫਾਇਰ। ਉਹ ਘੱਟ ਤੋਂ ਘੱਟ ਟੈਂਪਰੇਚਰ ਜਿਹਦੇ ਤੇ ਕੋਈ ਵੀ ਫਿਊਲ ਫਾਇਰ ਕੈਚ ਕਰ ਲੈਂਦਾ, ਦੈਟ ਇਜ਼ ਨੋਨ ਐਜ਼ ਇਟਸ ਇਗਨੀਸ਼ਨ ਟੈਂਪਰੇਚਰ। ਸੋ ਜੇ ਵਧੀਆ ਫਿਊਲ ਹੋਇਆ ਹੈ ਜਿਹਦਾ ਇਗਨੀਸ਼ਨ ਟੈਂਪਰੇਚਰ ਨਾ ਜ਼ਿਆਦਾ ਹਾਈ ਹੋਵੇ ਨਾ ਜ਼ਿਆਦਾ ਲੋ ਹੋਵੇ। Ignition temperature should not be too high or not too low, na bahota zyada high na zyada low, because high ignition temperature cause difficulty in burning. ਜੇ ਮੰਨ ਲਓ ਫਿਊਲ ਦਾ ignition temperature high ਹੈ, ਮੰਨ ਲਓ ਸਪੋਜ਼ ਅਸੀਂ ਕੋਲਾ ਜਲਾਣਾ ਜਾਂ ਲੱਕੜੀ ਜਲਾਣਾ, ਤਾਂ ਉਹਨੂੰ ਜਲਾਉਣ ਤੋਂ ਪਹਿਲਾਂ ਸਾਨੂੰ ਘੱਟ ignition temperature ਦਾ ਕੋਈ ਫਿਊਲ ਬਰਨ ਕਰਨਾ ਪੈਂਦਾ ਤਾਂ ਕਿ ਉਹਦੇ ਨਾਲ ਉਹ ਹੀਟ ਅਪ ਹੋ ਕੇ ਹੋਵੇ, ਠੀਕ? ਉਹਦਾ ignition temperature ਰੀਚ ਕਰੇ ਤਦ ਉਹ ਫਾਇਰ ਕੈਚ ਕਰੂਗਾ। ਜਿਸ ਤਰ੍ਹਾਂ ਲੱਕੜੀ ਨੂੰ ਜੇ ਜਲਾਉਣਾ ਉਹਦੇ 'ਤੇ ਕੈਰੋਸਿਨ ਆਇਲ ਪਾ ਦਿੰਦੇ ਆ ਜਾਂ ਪੇਪਰ ਜਲਾਉਂਦੇ ਆ ਜਾਂ ਸਾਡੇ ਕੋਲ ਸਟਰॉ ਜਲਾਉਂਦੇ ਆ ਤਾਂ ਕਿ ਉਹ ਫਿਊਲ ਬਰਨ ਹੋਣ ਜਿਨ੍ਹਾਂ ਦਾ ਇਗਨੀਸ਼ਨ ਟੈਂਪਰੇਚਰ ਘੱਟ ਹੈ ਔਰ ਉਹ ਉਸ ਚੀਜ਼ ਨੂੰ ਹੀਟ ਅਪ ਕਰਨ ਔਰ ਹੀਟ ਅਪ ਕਰਨ 'ਤੇ ਉਹਦਾ ਟੈਂਪਰੇਚਰ ਉਹਨਾਂ ਰਾਈਜ਼ ਹੋਵੇ ਤਾਂ ਕਿ ਉਹ ਫਾਇਰ ਕੈਚ ਕਰ ਸਕੇ, ਠੀਕ ਹੈ? ਸੋ ਇੱਦਾਂ ਦੇ ਫਿਊਲ ਤੰਗ ਕਰਦੇ ਆ। ਸੋ ਬਹੁਤਾ ਲੋ ਵੀ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਪੈਟਰੋਲ ਦੀ ਤਰ੍ਹਾਂ ਬਾਹਰ ਪੈ ਨੂੰ ਅੱਗ ਲੱਗ ਗਈ ਔਰ ਸਾਰਾ ਘਰ ਜਲਿਆ ਪਿਆ ਹੋਵੇ। ਸੋ ਦਿਸ ਵਿਲ ਆਲਸੋ ਬੀ ਅ ਬੈਡ ਫੀਚਰ ਆਫ ਦ ਫਿਊਲ। ਸੋ ਇਗਨੀਸ਼ਨ ਟੈਂਪਰੇਚਰ ਨੋਟ ਸ਼ੁੱਡ ਬੀ ਵੈਰੀ ਹਾਈ ਔਰ ਨੋਟ ਸ਼ੁੱਡ ਬੀ ਵੈਰੀ ਲੋ। ਜਿਸ ਤਰ੍ਹਾਂ ਸਾਡੀ LPG ਗੈਸ ਹੈ, ਜਿਸ ਬਰਨਰ ਅਸੀਂ ਬਰਨ ਕੀਤਾ ਜਾਂ ਅਸੀਂ ਲਾਈਟਰ ਜਲਾਇਆ, ਅੱਗ ਲੱਗ ਗਈ, ਸਾਨੂੰ ਨਾ ਮਤਲਬ ਉਹਦੇ 'ਤੇ ਕੋਈ ਜ਼ਿਆਦਾ ਐਫਰਟ ਨਹੀਂ ਕਰਨੀ ਪਈ। ਲੋ ਮੋਇਸਚਰ ਕੰਟੈਂਟ, ਰਾਈਟ? ਵਧੀਆ ਫਿਊਲ ਹੋਈ ਹੈ ਜਿਹਦੇ 'ਚ ਪਾਣੀ ਨਹੀਂ ਹੈਗਾ। ਜੇ ਪਾਣੀ ਹੈਗਾ ਤਾਂ ਉਹਦੇ ਵੇਟ ਨੂੰ ਵਧਾਊਗਾ ਔਰ ਵੇਟ ਵਧੂਗਾ ਤਾਂ ਜਿਹੜਾ ਫਿਊਲ ਹੈ ਉਹਦੀ ਕੋਸਟ ਵੱਧ ਜਾਣੀ ਹੈ, ਰਾਈਟ? ਸੋ ਲੋ ਐਸ਼ ਔਰ ਨੋਨ ਕੰਬਸਟੇਬਲ ਮੈਟਰ ਕੰਟੈਂਟ। ਵਧੀਆ ਫਿਊਲ ਉਹ ਹੈ ਜਿਹਨੂੰ ਬਰਨ ਕਰਨ 'ਤੇ ਵੇਸਟ ਘੱਟ ਬਚੇ। ਐਸ਼ਿਸ ਹੁੰਦੀ ਆ ਨੋਨ ਕੰਬਸਟੇਬਲ ਮਟੀਰੀਅਲ। ਸੋ ਨੋਨ ਕੰਬਸਟੇਬਲ ਮੈਟਰ ਰਿਮੇਨ ਇਨ ਦ ਫਾਰਮ ਆਫ ਐਸ਼ ਵਿਚ ਰਿਡਿਊਸ ਦ ਹੀਟਿੰਗ ਕ੍ਰੋਸਿੰਗ ਆਫ ਏਅਰ। ਹੀਟਿੰਗ ਮਤਲਬ ਜਿਹੜੀ ਰਾਖ ਹੈ ਉਹਨੇ ਸਾਰਾ ਕੁਝ ਢੱਕ ਲਿਆ, ਜਿਹਦੇ ਕਰਕੇ ਜਿਹੜਾ ਫਿਊਲ ਹੈ ਉਹਦੀ ਹੀਟਿੰਗ ਘੱਟ ਜਾਂਦੀ ਹੈ, ਤਾਂ ਹੀ ਉਹ ਰਾਖ ਥੋੜ੍ਹੇ ਟਾਈਮ ਬਾਅਦ ਰਿਮੂਵ ਕਰ ਲੈਂਦੇ ਆ। ਔਰ ਫਿਊਲ ਨੂੰ ਬਰਨ ਕਰਨ ਵਾਸਤੇ ਹਵਾ ਚਾਹੀਦੀ ਹੁੰਦੀ ਆ, ਉਹ ਕ੍ਰੋਸਿੰਗ ਨੂੰ ਵੀ ਰੋਕਦੀ ਹੈ। ਇਸ ਕਰਕੇ ਐਸ਼ਿਸ ਅਸੀਂ ਥੋੜ੍ਹੇ ਟਾਈਮ ਬਾਅਦ ਰਿਮੂਵ ਕਰਦੇ ਰਹਿੰਦੇ ਆ। ਪਰ ਜੇ ਕਿਸੇ ਫਿਊਲ ਦੇ ਵਿੱਚੋਂ ਐਸ਼ਿਸ ਜ਼ਿਆਦਾ ਬਣਨਗੀਆਂ, ਉਹ ਫਿਊਲ ਸਾਡੇ ਵਾਸਤੇ ਬੈਟਰ ਫਿਊਲ ਨਹੀਂ ਹੋਊਗਾ। ਮੋਡਰੇਟ ਰੇਟ ਆਫ ਕੰਬਸਸ਼ਨ, ਇਹ ਨਹੀਂ ਹੈਗਾ ਕਿ ਫਿਊਲ ਨੂੰ ਅੱਗ ਲਾਈ ਜਦੇ ਬਰਨ ਹੋ ਗਿਆ ਇਮੀਡੀਏਟਲੀ, ਜਿਵੇਂ ਪੇਪਰ ਹੈ, ਰਾਈਟ? ਜਾਂ ਫਿਰ ਅਸੀਂ ਸਟਰॉ ਹੋਇਆ ਉਹਨੂੰ ਬਰਨ ਕਰੀਏ, ਸੁੱਕੀ ਹੋਈ ਤੂੜੀ ਹੋਈ ਔਰ ਉਹਨੂੰ ਬਰਨ ਕਰੀਏ, ਇਮੀਡੀਏਟਲੀ ਫਾਇਰ ਕੈਚ ਕਰ ਲੈਂਦਾ। ਇਸ ਤਰ੍ਹਾਂ ਬੰਬ ਹੈ, ਉਹਨੂੰ ਤਾਂ ਕਦੀ ਵੀ ਫਿਊਲ ਨਹੀਂ ਮੰਨਦੇ, ਬਿਕੋਜ਼ ਉਹਦੀ ਜਿਹੜੀ ਬਰਨਿੰਗ ਹੈ ਤੁਹਾਡੇ ਕੰਟਰੋਲ ਦੇ ਵਿੱਚ ਹੈ ਹੀ ਨਹੀਂ ਹੈਗੀ। ਸੋ ਉਹਨੂੰ ਅਸੀਂ ਫਿਊਲ ਨਹੀਂ ਕੰਸੀਡਰ ਕਰਦੇ, ਉਹ ਤਾਂ ਐਕਸਪਲੋਸਿਵ ਹੋ ਗਿਆ। ਸੋ ਵਧੀਆ ਫਿਊਲ ਉਹ ਹੈ ਜਿਹਦਾ ਕੰਬਸਸ਼ਨ ਰੇਟ ਮੋਡਰੇਟ ਹੋਵੇ, ਵੀ ਆਰਾਮ ਨਾਲ ਫਿਊਲ ਜਲੇ, ਹੌਲੀ ਜਲੇ, ਜਲ ਕੇ ਸਾਨੂੰ ਹੀਟ ਵੀ ਦਿੰਦਾ ਰਹੇ ਔਰ ਸਾਨੂੰ ਇਹਦਾ ਨੁਕਸਾਨ ਵੀ ਨਾ ਹੋਵੇ ਕੋਈ। ਜੇ ਉਹ ਇਮੀਡੀਏਟਲੀ ਫਾਸਟ ਰੇਟ ਦੇ ਨਾਲ, ਸਪੀਡ ਦੇ ਨਾਲ ਜਲਦਾ ਤਾਂ ਉੱਦਾਂ ਦਾ ਫਿਊਲ ਸਾਡੇ ਵਾਸਤੇ ਨੁਕਸਾਨਦੇਹ ਆ। ਵਿਦ ਲੋ ਕੰਬਸਟੇਬਲ ਰੇਟ ਰਿਕੁਆਇਰਡ ਹਾਈ ਟੈਂਪਰੇਚਰ ਮੇ ਨੋਟ ਬੀ ਰੀਚਡ ਸੂਨ। ਸੋ ਜੇ ਲੋ ਕੰਬਸਸ਼ਨ ਰੇਟ ਹੋਗਾ, ਮਤਲਬ ਹੌਲੀ ਜਲੀ ਜਾਂਦਾ, ਫਿਰ ਸਾਨੂੰ ਵੇਟ ਕਰਨਾ ਪਊਗਾ, ਠੀਕ ਹੈ? ਵੀ ਕਾਫੀ ਚੀਜ਼ ਨੂੰ ਉਬਲਣ 'ਤੇ ਜਾਂ ਚੀਜ਼ ਨੂੰ ਗਰਮ ਹੋਣ 'ਤੇ ਬਹੁਤ ਟਾਈਮ ਲੱਗ ਜਾਣਾ। ਹਾਈ ਕੰਬਸਸ਼ਨ ਰੇਟ ਹੋਊਗਾ ਫਿਰ ਮਤਲਬ ਬਹੁਤ ਜਲਦੀ ਹੀ ਇਹ ਫਿਊਲ ਦੀ ਬਰਨਿੰਗ ਹੋ ਜੂਗੀ। ਸੋ ਇਟ ਸ਼ੁੱਡ ਬੀ ਅਟੇਨਡ ਵੈਰੀ ਕੁਇਕਲੀ। ਜਿਹੜਾ ਹੀਟਿੰਗ ਟੈਂਪਰੇਚਰ ਹੈ ਬਹੁਤ ਜਲਦੀ ਪਹੁੰਚ ਜਾਂਦਾ, ਫਿਊਲ ਇਮੀਡੀਏਟਲੀ ਬਰਨ ਹੋ ਜਾਂਦਾ। ਇਟ ਸ਼ੁੱਡ ਪ੍ਰੋਡਿਊਸ ਮਿਨੀਮਮ ਸਮੋਕ,
ਧੂਏ ਨਾਲ ਅੱਖਾਂ ਨਹੀਂ ਕਾਲੀਆਂ ਹੋਣੀਆਂ ਚਾਹੀਦੀਆਂ, ਧੂਆਂ ਦੇ ਨਾਲ ਅੱਖਾਂ 'ਚੋਂ ਹੰਝੂ ਨਹੀਂ ਨਿਕਲਣੇ ਚਾਹੀਦੇ, ਬਿਕੋਜ਼ ਜਿਹੜਾ ਸਮੋਕ ਹੈ ਇਟ ਕੈਰੀ a large number of poisonous gases. So the burning of fuel should be smoke free, right? It should be cheap and readily available in bulk. ਸਸਤਾ ਹੋਣਾ ਚਾਹੀਦਾ ਔਰ ਸੌਖਾ ਅਵੇਲੇਬਲ ਹੋਣਾ ਚਾਹੀਦਾ, ਰਾਈਟ। ਇਹ ਨਹੀਂ ਹੈਗਾ ਕਿ ਫਿਊਲ ਨੂੰ ਇਕੱਠਾ ਕਰਨ ਵਾਸਤੇ ਉਹ ਸਾਨੂੰ ਬੜੀ ਮਿਹਨਤ ਕਰਨੀ ਪਵੇ। ਸੋ ਸਸਤਾ ਵੀ ਹੋਵੇ, ਈਜ਼ੀਲੀ ਅਵੇਲੇਬਲ ਵੀ ਹੋਵੇ। ਕੰਬਸਸ਼ਨ ਆਫ ਫਿਊਲ ਸ਼ੁੱਡ ਬੀ ਈਜ਼ੀ ਟੂ ਸਟੋਰ ਕੰਬਸਸ਼ਨ ਆਫ ਫਿਊਲ ਸ਼ੁੱਡ ਬੀ ਈਜ਼ੀ ਟੂ ਸਟਾਰਟ ਔਰ ਸਟਾਪ ਵੈਨ ਰਿਕੁਆਇਰਡ। ਮਤਲਬ ਫਿਊਲ ਇੱਦਾਂ ਦਾ ਹੋਵੇ ਵੀ ਪਾਣੀ ਪਾਇਆ ਬੁਝ ਗਿਆ, ਠੀਕ ਹੈ, ਜੇ ਬਰਨਿੰਗ ਕੀਤੀ ਤਾਂ ਬਰਨ ਹੋ ਗਿਆ ਇਮੀਡੀਏਟਲੀ। ਸੋ ਈਜ਼ੀ ਟੂ ਸਟਾਰਟ ਔਰ ਈਜ਼ੀ ਟੂ ਸਟਾਪ, ਜਿਹੜੀ ਉਹਦੀ ਬਰਨਿੰਗ ਹੈ ਤੁਹਾਡੇ ਕੰਟਰੋਲ 'ਚ ਰਵੇ। ਇਹ ਨਹੀਂ ਹੈਗਾ ਕਿ ਵਿਸਫੋਟ ਇੱਕ ਵਾਰੀ ਸ਼ੁਰੂ ਹੋ ਗਿਆ ਬਸ ਫਿਰ ਤੁਹਾਡੀ ਬਸੋਵਾਰ ਹੋ ਗਈ ਚੀਜ਼, ਨੋ, ਇਟ ਸ਼ੁੱਡ ਨਾਟ ਬੀ ਹੈਪਨਡ। Combustion of fuel should be non-spontaneous, otherwise it can cause fire hazards. ਇਹ ਨਹੀਂ ਹੈਗਾ ਕਿ ਫਿਊਲ ਨੂੰ ਪੈ ਨੂੰ ਅੱਗ ਲੱਗ ਗਈ। ਨੋਨ ਸਪੌਂਟੇਨੀਅਸ ਹੁੰਦੇ ਆ ਜਿਹੜੇ, ਮਤਲਬ ਸਪੌਂਟੇਨੀਅਸ ਮਤਲਬ ਜਿਹੜੀ ਚੀਜ਼ ਆਪਣੇ ਆਪ ਹੀ ਹੋਵੇ, ਆਪਣੇ ਆਪ ਹੀ ਪਾਣੀ ਉੱਪਰ ਗਿਰਿਆ ਥੱਲੇ ਚਲਾ ਗਿਆ, ਸੂਰਜ ਆਪਣੇ ਆਪ ਨਿਕਲਦਾ ਹੈ, ਦੈਟ ਦੀਸ ਪ੍ਰੋਸੈਸ ਆਰ ਸਪੌਂਟੇਨੀਅਸ, ਜਿਹਦੇ 'ਤੇ ਤੁਹਾਡਾ ਕੋਈ ਕਾਬੂ ਨਾ ਹੋਵੇ। ਸੋ ਕੰਬਸਸ਼ਨ ਆਫ ਫਿਊਲ ਸ਼ੁੱਡ ਬੀ ਨੋਨ ਸਪੌਂਟੇਨੀਅਸ। ਜੇ ਤੁਸੀਂ ਜਲਾਓ ਤਦ ਹੀ ਜਲੇ, ਆਪਣੇ ਆਪ ਉਹ ਜਲਣਾ ਨਹੀਂ ਚਾਹੀਦਾ, ਨਹੀਂ ਤਾਂ ਫਿਰ ਫਾਇਰ ਹੈਜ਼ਰਡਸ ਮਤਲਬ ਅੱਗ ਲੱਗਣ ਦਾ ਐਕਸੀਡੈਂਟ ਹੋਣ ਦੇ ਡਰ ਹੋ ਸਕਦੇ ਆ। ਇਹ ਗੁੱਡ ਫਿਊਲ ਸ਼ੁੱਡ ਹੈਵ ਲੋ ਸਟੋਰੇਜ ਕੋਸਟ। ਜੇ ਤੁਸੀਂ ਸਟੋਰ ਕਰਕੇ ਰੱਖਣਾ, ਇਹ ਨਹੀਂ ਹੈਗਾ ਕਿ ਸਾਨੂੰ ਕਮਰਾ ਕਿਰਾਏ 'ਤੇ ਲੈਣਾ ਪਵੇ ਉਹਨੂੰ ਸਟੋਰ ਕਰਨ ਵਾਸਤੇ। ਸੋ ਛੋਟੇ ਜਿਹੇ ਸਿਲੰਡਰ ਦੇ ਵਿੱਚ ਜੇ ਫਿਊਲ ਆ ਰਿਹਾ, ਸਮਾ ਰਿਹਾ, ਦੈਨ ਇਟ ਇਜ਼ ਗੁੱਡ ਫॉर ਅਸ। A good fuel should have highest pyroelectric effect. This is very important point. A good fuel should have highest pyroelectric effect. Pyroelectric effect ਕੀ ਹੁੰਦਾ ਹੈ, ਮਤਲਬ ਕੋਈ ਵੀ ਫਿਊਲ ਬਰਨ ਕਰਨ ਤੇ ਮੈਕਸਿਮਮ ਕਿੰਨਾ ਟੈਂਪਰੇਚਰ ਰਾਈਜ਼ ਕਰ ਸਕਦਾ ਹੈ, that is pyroelectric effect. ਸੋ ਇਸ ਸਲਾਈਡ ਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਦੇ ਹਾਂ। ਸੋ pyroelectric effect, the highest temperature obtained with the fuel is known as the pyroelectric effect. ਕੋਈ ਵੀ ਫਿਊਲ ਤੁਸੀਂ ਬਰਨ ਕੀਤਾ, ਉਹਨੂੰ ਬਰਨ ਕਰਨ ਤੇ ਕਿੰਨਾ ਵੱਧ ਤੋਂ ਵੱਧ ਟੈਂਪਰੇਚਰ ਰਾਈਜ਼ ਹੋ ਸਕਦਾ ਹੈ, that is known as the pyrometric, that is pyroelectric or pyrometric effect, right? ਸੋ ਨੈਕਸਟ ਆ ਗਈ ਸਟੂਡੈਂਟਸ ਜਿਹੜੀਆਂ ਅਸੀਂ ਇਹ ਡਿਸਕਸ ਕਰਨੇ ਆ ਟੌਪਿਕ ਹੈ ਐਡਵਾਂਟੇਜ ਆਫ ਲਿਕੁਇਡ ਫਿਊਲ ਓਵਰ ਸੋਲਿਡ ਫਿਊਲ। ਡੈਫੀਨੇਟਲੀ ਲਿਕੁਇਡ ਫਿਊਲ ਸੋਲਿਡ ਫਿਊਲ ਦੇ ਨਾਲ ਜ਼ਿਆਦਾ ਬੈਟਰ ਹੈ। ਜੇ ਅਸੀਂ ਕੈਰੋਸਿਨ ਨੂੰ ਕੰਪੇਅਰ ਕਰੀਏ ਕੋਲੇ ਦੇ ਨਾਲ ਜਾਂ ਲੱਕੜੀ ਦੇ ਨਾਲ, ਕੈਰੋਸਿਨ ਨੂੰ ਜਲਾਉਣਾ ਸੌਖਾ ਹੈ, ਤਾਂ ਹੀ ਉਹ ਲੋਕੀ ਕੈਰੋਸਿਨ ਦੇ ਸਟੋਵ ਜਿਹੜੇ ਆ ਉਹ ਘਰਾਂ ਦੇ ਵਿੱਚ ਯੂਜ਼ ਕਰਦੇ ਆ, ਬਿਕੋਜ਼ ਉਹ ਜਿਹੜਾ ਸਮੋਕ ਫਰੀ ਬਰਨ ਹੁੰਦਾ ਹੈ, ਠੀਕ ਹੈ, ਉਹਦੇ ਨਾਲ ਕਾਫੀ ਜ਼ਿਆਦਾ ਸਮੋਕ ਨਹੀਂ ਪੈਦਾ ਹੁੰਦੀ, ਜੋ ਸਾਡੇ ਵਾਸਤੇ ਸੌਖੀ ਰਹਿੰਦੀ ਹੈ। ਲਿਕੁਇਡ ਫਿਊਲ ਰਿਕੁਆਇਰ ਲੈਸ ਸਪੇਸ ਫॉर द ਸਟੋਰੇਜ। ਪਹਿਲਾ ਕੰਮ ਹੈ ਲਿਕੁਇਡ ਥੋੜੀ ਜਗ੍ਹਾ ਤੇ ਆ ਜਾਂਦਾ, ਸੋਲਿਡ ਜ਼ਿਆਦਾ ਜਗ੍ਹਾ ਤੇ ਆਉਂਦਾ। ਲਿਕੁਇਡ ਫਿਊਲ ਇਜ਼ ਈਜ਼ੀ ਟੂ ਟਰਾਂਸਪੋਰਟ, ਨੈਚੁਰਲੀ ਘੱਟ ਜਗ੍ਹਾ ਘੇਰਦਾ ਤਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਣਾ ਸੌਖਾ ਹੈ। ਇਟ ਇਜ਼ ਈਜ਼ੀ ਟੂ ਟਰਾਂਸਪੋਰਟ ਐਂਡ ਹੈਂਡਲ। ਆਫਟਰ ਬਰਨਿੰਗ ਆਫ ਲਿਕੁਇਡ ਫਿਊਲ ਨੋ ਐਸ਼ਿਜ਼ ਆਰ ਲੈਫਟ। ਸੋਲਿਡ ਫਿਊਲ ਜਲਾਉਂਦੇ ਹੋ ਰਾਖ ਬਚਦੀ ਹੈ, ਲੇਕਿਨ ਲਿਕੁਇਡ ਫਿਊਲ ਜਲਾਉਣ ਤੇ ਕੋਈ ਰਾਖ ਨਹੀਂ ਬਚਦੀ। The minimum temperature can be attained very quickly. ਲਿਕੁਇਡ ਫਿਊਲ ਦੇ ਨਾਲ ਜਿਹੜਾ ਟੈਂਪਰੇਚਰ ਮਤਲਬ ਤੁਹਾਨੂੰ ਚਾਹੀਦਾ ਹੈ, ਰਾਈਟ, ਉਹ ਈਜ਼ੀਲੀ ਅਟੇਨ ਕੀਤਾ ਜਾ ਸਕਦਾ, ਜਦਕਿ ਸੋਲਿਡ ਫਿਊਲ ਨੂੰ ਬਰਨ ਕਰਨ ਦੇ ਵਿੱਚ ਕਾਫੀ ਟਾਈਮ ਲੱਗਦਾ ਹੈ। ਸਪਲਾਈ ਆਫ ਲਿਕੁਇਡ ਫਿਊਲ ਟੂ ਡਿਫਰੈਂਟ ਫਰਨੈਸਿਸ ਕੈਨ ਬੀ ਡਨ ਥਰੂ ਦਾ ਪਾਈਪਸ। ਜਦਕਿ ਲਿਕੁਇਡ ਫਿਊਲ ਨੂੰ ਕਿਸੇ ਫਰਨੈਸ ਦੇ ਵਿੱਚ ਪਾਸ ਕਰਨਾ ਤਾਂ ਤੁਸੀਂ ਪਾਈਪ ਲਗਾ ਦਿਓ, ਲੇਕਿਨ ਸੋਲਿਡ ਫਿਊਲ ਦੇ ਵਿੱਚ ਝੋਕਾ ਤੁਹਾਨੂੰ ਫਿਜ਼ੀਕਲੀ ਹੱਥਾਂ ਦੇ ਨਾਲ ਖੁਦ ਲਗਾਉਣਾ ਪਊਗਾ। ਬਟ ਇਨ ਕੇਸ ਆਫ ਸੋਲਿਡ ਫਿਊਲ ਮੈਨੂਅਲ ਫੀਡਿੰਗ ਇਜ਼ ਰਿਕੁਆਇਰਡ। ਮਤਲਬ ਜਿਸ ਤਰ੍ਹਾਂ ਮੈਂ ਦੱਸਿਆ ਕਿ ਹੱਥਾਂ ਦੇ ਨਾਲ ਝੋਕਾ ਲਗਾਉਣਾ ਪਊਗਾ ਗੈਸ ਸੋਲਿਡ ਫਿਊਲ ਦੇ ਕੇਸ ਦੇ ਵਿੱਚ, ਮਤਲਬ ਤੁਹਾਨੂੰ ਬੈਠਣਾ ਪਊਗਾ ਉਸ ਫਰਨਸ ਜਾਂ ਭੱਠੇ ਦੇ ਕੋਲ। ਐਕਸੈਸ ਏਅਰ ਇਜ਼ ਨਾਟ ਰਿਕੁਆਇਰਡ ਫॉर ਦ ਬਰਨਿੰਗ ਆਫ ਲਿਕੁਇਡ ਫਿਊਲ। ਜਦੋਂ ਅਸੀਂ ਸੋਲਿਡ ਫਿਊਲ ਜਲਾਉਂਦੇ ਹਾਂ, ਫੂਕਣੀ ਦੇ ਨਾਲ ਹਵਾ ਦਿੰਦੇ ਆ ਨਾ, ਭੂਕਣੇ ਦੇ ਨਾਲ ਜਾਂ ਫੂਕਣੀ ਦੇ ਨਾਲ, ਤਾਂ ਐਕਸੈਸ ਏਅਰ ਦੇਣੀ ਪੈਂਦੀ ਹੈ ਸਾਨੂੰ ਸੋਲਿਡ ਫਿਊਲ ਨੂੰ ਬਰਨ ਕਰਨ ਵਾਸਤੇ। ਪਰ ਲਿਕੁਇਡ ਫਿਊਲ ਨੂੰ ਬਰਨ ਕਰਨ ਵਾਸਤੇ ਸਾਨੂੰ ਐਕਸੈਸ ਏਅਰ ਨਹੀਂ ਦੇਣੀ ਪੈਂਦੀ, ਸਾਨੂੰ ਉਹਨੂੰ ਬਾਰ-ਬਾਰ ਫੂਕਾਂ ਨਹੀਂ ਮਾਰਨੀਆਂ ਪੈਂਦੀਆਂ। ਔਨ ਸਟੋਰੇਜ ਆਫ ਲਿਕੁਇਡ ਫਿਊਲ ਡਿਟੀਰੀਓਰੇਸ਼ਨ ਡਜ਼ ਨੋਟ ਟੇਕ ਪਲੇਸ। ਸੋਲਿਡ ਫਿਊਲ ਪਿਆ ਪਿਆ ਖਰਾਬ ਵੀ ਹੋ ਸਕਦਾ, ਲੇਕਿਨ ਲਿਕੁਇਡ ਫਿਊਲ ਪਿਆ ਪਿਆ ਖਰਾਬ ਨਹੀਂ ਹੁੰਦਾ, ਇਹਦੀ ਡਿਟੀਰੀਓਰੇਸ਼ਨ ਪੋਸੀਬਲ ਨਹੀਂ ਹੈਗੀ। ਨੈਕਸਟ, ਡਿਸਐਡਵਾਂਟੇਜ ਆਫ ਲਿਕੁਇਡ ਫਿਊਲ ਓਵਰ ਸੋਲਿਡ ਫਿਊਲ। ਇਹਦੇ ਨੁਕਸਾਨ ਵੀ ਹੈਗੇ ਆ, ਉਹ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਲਿਕੁਇਡ ਫਿਊਲ ਇਜ਼ ਕੰਪੈਰੇਟਿਵਲੀ ਕੋਸਟਲੀਅਰ ਦੈਨ ਸੋਲਿਡ ਫਿਊਲ। ਸੋਲਿਡ ਫਿਊਲ ਸਸਤਾ, ਲਿਕੁਇਡ ਮਹਿੰਗਾ ਹੈ, ਇਹ ਸਾਰਿਆਂ ਨੂੰ ਪਤਾ ਹੈ। ਸਟੋਰੇਜ ਆਫ ਲਿਕੁਇਡ ਫਿਊਲ ਇਜ਼ ਕੰਪੈਰੇਟਿਵਲੀ ਕੋਸਟਲੀਅਰ ਦੈਨ ਦਾ ਸੋਲਿਡ ਫਿਊਲ। ਬੋਤਲ ਲੈ ਕੇ ਆਉਣੀ ਪਊਗੀ, ਜਦਕਿ ਸੋਲਿਡ ਫਿਊਲ ਸਾਨੂੰ ਅਸੀਂ ਇੱਕ ਢੇਰ ਦੇ ਫਾਰਮ ਦੇ ਵਿੱਚ ਵੀ ਰੱਖ ਸਕਦੇ ਹਾਂ।
ਲਿਕੁਇਡ ਫਿਊਲ ਗਿਵ ਬੈਡ ਆਰਡਰ, ਸਮੈਲ ਆਉਂਦੀ ਹੈ, ਚੜ੍ਹਦੀ ਹੈ ਇਹਦੀ ਸਮੈਲ। ਸੋਲਿਡ ਫਿਊਲ ਪਿਆ ਹੋਇਆ ਲੱਕੜੀ ਕਿਸੇ ਕੋਨੇ 'ਚ ਪਈ ਹੋਈ, ਸਮੈਲ ਤਾਂ ਨਹੀਂ ਨਾ ਦੇ ਰਹੀ ਸਾਨੂੰ। ਡਿਊ ਟੂ ਇਟਸ ਇਨਫਲੇਮੇਸ਼ਨ ਐਂਡ ਹਾਈ ਵੋਲੇਟਾਈਲ ਨੇਚਰ ਦੇਅਰ ਇਜ਼ ਗ੍ਰੇਟਰ ਰਿਸਕ ਆਫ ਫਾਇਰ। ਜਿਸ ਤਰ੍ਹਾਂ ਕੈਰੋਸਿਨ ਹੋਇਆ ਜਾਂ ਫਿਰ ਪੈਟਰੋਲ ਹੋਇਆ ਜਾਂ ਡੀਜ਼ਲ ਹੋਇਆ, ਜਲਦੀ ਫਾਇਰ ਕੈਚ ਕਰਦੇ ਆ। ਸੋ ਹਮੇਸ਼ਾ ਫਾਇਰ ਹੈਜ਼ਰਡ ਦਾ ਰਿਸਕ ਜਿਹੜਾ ਉਹ ਬਣਿਆ ਹੀ ਰਹਿੰਦਾ ਹੈ। ਸਪੈਸ਼ਲ ਟਾਈਪ ਆਫ ਬਰਨਰਸ ਆਰ ਰਿਕੁਆਇਰਡ ਫॉर देयर ਬਰਨਿੰਗ। ਜੇ ਲਿਕੁਇਡ ਫਿਊਲ ਜਲਾਉਣਾ ਹੈ ਉਹਦੇ ਵਾਸਤੇ ਸਟੋਵ ਚਾਹੀਦੇ ਆ। ਗੈਸਿਸ ਜੇ ਸੋਲਿਡ ਫਿਊਲ ਜਲਾਉਣਾ, 4 ਇੱਟਾਂ ਲਗਾ ਕੇ ਵੀ ਤੁਸੀਂ ਸੋਲਿਡ ਫਿਊਲ ਨੂੰ ਜਲਾ ਸਕਦੇ ਆ, ਤਾਂ ਸਾਨੂੰ ਸਪੈਸੀਫਿਕ ਅਰੇਂਜਮੈਂਟ ਜਿਹੜਾ ਉਹ ਨਹੀਂ ਚਾਹੀਦਾ। ਲਿਕੁਇਡ ਫਿਊਲ ਆਰ ਲੈਸ ਅਬੰਡੈਂਟ ਦੈਨ ਦ ਸੋਲਿਡ ਫਿਊਲ। ਲਿਕੁਇਡ ਫਿਊਲ ਘੱਟ ਮਿਲਦੇ ਆ, ਸੋਲਿਡ ਫਿਊਲ ਹਰ ਜਗ੍ਹਾ ਤੇ। ਜੇ ਫਸਲ ਕੱਟੀ ਤਦ ਵੀ ਸੋਲਿਡ ਫਿਊਲ ਮਿਲ ਗਏ, ਰਾਈਟ। ਜੇ ਦਰਖਤ ਕੱਟੇ ਤਦ ਵੀ ਸੋਲਿਡ ਫਿਊਲ ਮਿਲ ਗਏ। ਜੇ ਪੱਤੇ ਇਕੱਠੇ ਕੀਤੇ ਜਾਂ ਕੋਈ ਵੀ ਫਸਲ ਕੱਟਦੇ ਆ ਤਾਂ ਸੋਲਿਡ ਫਿਊਲ ਬਾਇਓਮਾਸ ਦੀ ਫਾਰਮ ਦੇ ਵਿੱਚ ਸਾਡੇ ਕੋਲ ਕਾਫੀ ਜ਼ਿਆਦਾ ਅਬੰਡੈਂਸ ਦੇ ਵਿੱਚ ਮਿਲਦਾ। ਕਾਓ ਡੰਗ ਕੇਕ ਦੀ ਫਾਰਮ ਦੇ ਵਿੱਚ ਵੀ ਸੋਲਿਡ ਫਿਊਲ ਕਾਫੀ ਜ਼ਿਆਦਾ ਅਬੰਡੈਂਸ ਦੇ ਵਿੱਚ ਮਿਲਦਾ। ਸੋ ਇਹ ਤਾਂ ਸਨ ਸਾਡੇ ਕੋਲ ਐਡਵਾਂਟੇਜਸ ਆਫ ਲਿਕੁਇਡ ਫਿਊਲ ਓਵਰ ਸੋਲਿਡ ਫਿਊਲ ਐਂਡ ਡਿਸਐਡਵਾਂਟੇਜਸ ਆਫ ਲਿਕੁਇਡ ਫਿਊਲ ਓਵਰ ਸੋਲਿਡ ਫਿਊਲ। ਸੋ ਇਹ ਜਿਹੜੇ ਟੌਪਿਕ ਹੈ ਦੋਨੋਂ ਅੱਛੀ ਤਰ੍ਹਾਂ ਆਪਾਂ ਕਰ ਲੈਣੇ ਆ। ਸੋ ਅਗਲਾ ਜਿਹੜੀ ਚੀਜ਼ ਆਪਾਂ ਡਿਸਕਸ ਕਰਨੀ ਆ that is the ਹੁਣ ਆਪਾਂ ਗੈਸਿਸ ਫਿਊਲ ਬਾਰੇ ਵੀ ਗੱਲ ਕਰੀਏ। ਐਡਵਾਂਟੇਜਸ ਆਫ ਗੈਸਿਸ ਫਿਊਲ ਓਵਰ ਸੋਲਿਡ ਫਿਊਲ। ਗੈਸਾਂ ਨਾਲ ਵੀ ਕੰਪੇਅਰ ਕਰਕੇ ਦੇਖ ਲਈਏ ਸੋਲਿਡ ਫਿਊਲ ਦਾ ਕੀ ਕੰਪੈਰੀਜ਼ਨ ਹੈ, ਕਿਉਂ ਗੈਸਿਸ ਫਿਊਲ ਬੈਟਰ ਹੈ, ਸੋਲਿਡ ਫਿਊਲ ਘਟੀਆ। ਦ ਕਲੋਰੀਫਿਕ ਵੈਲਿਊ ਆਫ ਗੈਸਿਸ ਫਿਊਲ ਇਜ਼ ਕੁਆਇਟ ਹਾਈ। LPG ਕੰਪੇਅਰ ਕਰ ਲਓ, ਕਾਓ ਡੰਗ ਕੇਕ ਕੰਪੇਅਰ ਕਰ ਲਓ, LPG ਜ਼ਿਆਦਾ ਹੀਟ ਦਿੰਦੀ ਆ, ਠੀਕ ਹੈ। ਦੇ ਡੂ ਨਾਟ ਪ੍ਰੋਡਿਊਸ ਐਨੀ ਸਮੋਕ। ਗੈਸਿਸ ਫਿਊਲ ਕੋਈ ਸਮੋਕ ਦਿੰਦੇ ਨੇ ਨਾ ਐਸ਼ ਦਿੰਦੇ ਆ, ਰਾਈਟ। ਸਾਫ ਸੁਥਰੇ ਆ, ਤਾਈਓ ਸਾਡੀਆਂ ਕਿਚਨ ਦੇ ਵਿੱਚ ਅਸੀਂ ਗੈਸਿਸ ਫਿਊਲ ਪ੍ਰੈਫਰ ਕਰਦੇ ਇਨ ਕੰਪੈਰੀਜ਼ਨ ਟੂ ਸੋਲਿਡ ਔਰ ਲਿਕੁਇਡ ਫਿਊਲ, ਰਾਈਟ। ਦੇ ਕੈਨ ਬੀ ਯੂਜ਼ਡ ਐਸ ਇੰਟਰਨਲ ਕੰਬਸਸ਼ਨ ਇੰਜਨ ਫਿਊਲ ਬਟ ਸੋਲਿਡ ਕੈਨ ਨੋਟ ਬੀ। ਮਤਲਬ ਇੰਜਨ ਦੇ ਵਿੱਚ ਗੈਸ ਤਾਂ ਪਾ ਸਕਦੇ ਹਾਂ ਅਸੀਂ, ਲੇਕਿਨ ਸੋਲਿਡ ਫਿਊਲ ਕਿਸੇ ਵੀ ਇੰਜਨ ਦੇ ਵਿੱਚ ਯੂਜ਼ ਨਹੀਂ ਹੁੰਦਾ। ਦਿਸ ਇਜ਼ ਵੈਰੀ ਗੁੱਡ ਪੁਆਇੰਟ। These can be easily supplied to the place of need। ਜਿੱਥੇ ਚਾਹੀਦੇ ਉੱਥੇ ਈਜ਼ਲੀ ਅਸੀਂ ਲਿਕੁਇਡ ਫਿਊਲ ਤਾਂ ਸਪਲਾਈ ਕਰ ਸਕਦੇ ਹਾਂ ਪਾਈਪਲਾਈਨ ਦੀ ਹੈਲਪ ਦੇ ਥਰੂ। ਲੇਕਿਨ ਜੇ ਸੋਲਿਡ ਫਿਊਲ ਸਪਲਾਈ ਕਰਨਾ ਤਾਂ ਉਹ ਹਮੇਸ਼ਾ ਮੈਨੂਅਲੀ ਲੇਬਰ ਦੇ ਥਰੂ ਹੀ ਸਪਲਾਈ ਹੋਊਗਾ। The supply of gases to the burner can be easily controlled। ਜੇ ਗੈਸਿਸ ਫਿਊਲ ਨੂੰ ਬਰਨਰ ਤੱਕ ਪਹੁੰਚਾਉਣਾ, ਤੁਸੀਂ ਨੋਬ ਔਨ ਕਰੋ, ਸਪਲਾਈ ਚਾਲੂ ਹੋ ਜੂਗੀ, ਨੋਬ ਬੰਦ ਕਰ ਦਿਓ, ਸਪਲਾਈ ਰੁਕ ਜੂਗੀ। ਸੋ ਤੁਹਾਡੇ ਕੰਟਰੋਲ ਅੰਡਰ ਹੈ। ਲੇਕਿਨ ਇਹਦੇ ਕੇਸ ਦੇ ਵਿੱਚ ਜੇ ਇੱਕ ਵਾਰੀ ਸੋਲਿਡ ਫਿਊਲ ਨੂੰ ਬਰਨ ਕਰਤਾ ਤਾਂ ਦੁਬਾਰਾ ਉਹਨੂੰ ਈਜ਼ਲੀ ਕੰਟਰੋਲ ਨਹੀਂ ਕੀਤਾ ਜਾ ਸਕਦਾ। The flame can be made oxidizing, reducing or neutral by regulating the air supply। So air supply ਨੂੰ ਕੰਟਰੋਲ ਕਰਕੇ ਅਸੀਂ ਫਲੇਮ ਜਿਹੜੀ ਆ ਉਹਨੂੰ ਆਕਸੀਡਾਈਜ਼ਿੰਗ, ਮਤਲਬ ਆਕਸੀਡਾਈਜ਼ਿੰਗ ਜਿਹਦੇ 'ਚ ਆਕਸੀਜਨ ਰਿਚ ਆਕਸੀਡੇਸ਼ਨ ਪਰਪਸ ਵਾਸਤੇ, ਰਿਡਿਊਸਿੰਗ ਨੇਚਰ ਵੀ ਚੇਂਜ ਕਰ ਸਕਦੇ ਹਾਂ, ਨਿਊਟਰਲ ਨੇਚਰ ਵੀ ਚੇਂਜ ਕਰ ਸਕਦੇ ਹਾਂ। ਦਿਸ ਇਜ਼ ਰਿਕੁਆਇਰਡ ਇਨ ਮੈਟਲਰਜੀਕਲ ਆਪਰੇਸ਼ਨ। ਮੈਟਲਰਜੀਕਲ ਆਪਰੇਸ਼ਨ 'ਚ ਕਿੱਦਾਂ ਦੀ, ਜੇ ਤਾਂ ਤੁਸੀਂ ਕੈਲਸੀਨੇਸ਼ਨ ਰੋਸਟਿੰਗ ਕਰਨੀ ਆ ਤਾਂ ਸਾਨੂੰ ਆਕਸੀਡਾਈਜ਼ਿੰਗ ਫਲੇਮ ਚਾਹੀਦੀ ਹੈ। ਜੇ ਸਮੈਲਟਿੰਗ ਕਰਨੀ ਹੈ ਰਿਡਿਊਸਿੰਗ ਫਲੇਮ ਚਾਹੀਦੀ ਹੈ। ਜੇ ਇੱਦਾਂ ਦਾ ਕੋਈ ਵੀ ਐਕਸ਼ਨ ਨਹੀਂ ਚਾਹੀਦਾ ਦੈਨ ਯੂ ਨੀਡ ਦਾ ਨਿਊਟਰਲ ਫਲੇਮ, ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਹੈ। ਸੋ ਜਿਸ ਤਰ੍ਹਾਂ ਦੀ ਵੀ ਇਹ ਤੁਹਾਨੂੰ ਰਿਕੁਆਇਰਮੈਂਟ ਹੈਗੀ ਆ, ਉਸ ਤਰ੍ਹਾਂ ਦੀ ਇਹਦੀ ਫਲੇਮ ਦੀ ਨੇਚਰ ਚੇਂਜ ਕੀਤੀ ਜਾ ਸਕਦੀ ਹੈ, ਗੈਸਿਸ ਦੀ, ਸੋਲਿਡ ਦੀ ਨਹੀਂ। ਡਿਸਐਡਵਾਂਟੇਜਸ ਆਫ ਗੈਸਿਸ ਫਿਊਲ ਓਵਰ ਸੋਲਿਡ ਔਰ ਲਿਕੁਇਡ ਫਿਊਲ। ਗੈਸਿਸ ਫਿਊਲ ਦੇ ਵੀ ਨੁਕਸਾਨ ਹੈਗੇ ਪਰ ਉਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਕਿ ਸੋਲਿਡ ਤੇ ਲਿਕੁਇਡ ਫਿਊਲ ਦੇ ਹੈਗੇ ਆ। ਗੈਸਿਸ ਫਿਊਲ ਆਰ ਹਾਈਲੀ ਇਨਫਲੇਮੇਬਲ। ਹਾਈਲੀ ਇਨਫਲੇਮੇਬਲ ਮਤਲਬ ਜੇ ਅੱਗ ਲੱਗ ਗਈ ਇੱਕ ਵਾਰੀ ਈਜ਼ਲੀ ਕਾਬੂ ਨਹੀਂ ਹੁੰਦੀ। ਗੈਸਿਸ ਫਿਊਲ ਆਰ ਮੋਰ ਕੋਸਟਲੀ। 800 ਰੁਪਏ ਦਾ ਸਿਲੰਡਰ ਹੋ ਗਿਆ ਹੁਣ, ਰਾਈਟ। ਔਰ ਜੇ ਲੱਕੜਾਂ ਜਲਾਉਣੀਆਂ ਤਾਂ ਭਾਵੇਂ ਸਾਹਮਣੇ ਉਹ ਇਕੱਠੀਆਂ ਕਰਕੇ ਜਲਾ ਲਓ। ਸੋ ਇਹਦਾ ਮਤਲਬ ਗੈਸਿਸ ਫਿਊਲ ਜਿਹੜੇ ਆ ਜ਼ਿਆਦਾ ਮਹਿੰਗੇ ਹੈ ਇਨ ਕੰਪੈਰੀਜ਼ਨ ਟੂ ਲਿਕੁਇਡ ਔਰ ਸੋਲਿਡ ਫਿਊਲ। These occupy large volume or more space is required for their storage। ਸੋ ਇਹਨਾਂ ਦੀ ਸਟੋਰੇਜ ਵਾਸਤੇ ਸਾਨੂੰ ਜ਼ਿਆਦਾ ਸਪੇਸ ਦੀ ਜ਼ਰੂਰਤ ਪੈਂਦੀ ਆ। ਦੈਨ ਇੱਕ ਕੁਐਸਚਨ ਹੈ ਬੜਾ ਇੰਟਰਸਟਿੰਗ, ਹਾਊ ਫਿਊਲਸ ਆਰ ਡਿਫਰੈਂਟ ਫਰੋਮ ਨਿਊਕਲੀਅਰ ਫਿਊਲ। ਫਿਊਲਸ ਜਿਹੜੇ ਆ ਨਿਊਕਲੀਅਰ ਫਿਊਲ ਤੋਂ ਕਿਸ ਤਰੀਕੇ ਦੇ ਨਾਲ ਡਿਫਰੈਂਟ ਹੈ, ਰਾਈਟ। ਡਿਊਰਿੰਗ ਦ ਬਰਨਿੰਗ ਔਰ ਕੰਬਸਸ਼ਨ ਆਫ ਫਿਊਲ, ਨਿਊਕਲੀਅਰ ਫਿਊਲ ਜਿਹੜੇ ਬੰਬ, ਹਾਈਡਰੋਜਨ ਬੰਬ ਲਾਈਕ, ਡਿਊਰਿੰਗ ਦ ਬਰਨਿੰਗ ਔਰ ਕੰਬਸਸ਼ਨ ਆਫ ਫਿਊਲ
ओल्ड बॉन्ड आर ब्रोकन एंड न्यू बॉन्ड्स आर फॉर्मड। ਜਦੋਂ ਅਸੀਂ ਕੋਈ ਵੀ ਫਿਊਲ ਬਰਨ ਕਰਦੇ ਆ ਪੁਰਾਣੀਆਂ ਬੌਂਡਸ ਟੁੱਟ ਜਾਂਦੀਆਂ, ਹਾਈਡਰੋਕਾਰਬਨ ਦੀਆਂ ਨਵੀਆਂ ਬੌਂਡ ਬਣ ਜਾਂਦੀਆਂ। ਦਿਸ ਰਿਕੁਆਇਰ ਰੀਅਰੇਂਜਮੈਂਟ ਆਫ ਇਲੈਕਟ੍ਰੋਨ ਓਨਲੀ। ਸੋ ਇਹਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਇਲੈਕਟ੍ਰੋਨ ਅਦਲ ਬਦਲ ਹੁੰਦੇ ਆ, ਬਟ ਦਾ ਨਿਊਕਲੀਅਰ ਨਿਊਕਲੀਅਸ ਰਿਮੇਨ ਅਨਅਫੈਕਟਡ। ਜਿਹੜਾ ਐਟਮ ਦਾ ਨਿਊਕਲੀਅਸ ਹੈ ਉਹ ਸੈਂਟਰ ਦੇ ਵਿੱਚ ਹੀ ਪਿਆ ਹੋਇਆ, ਬੌਂਡ ਹੀ ਨਵੀਆਂ ਪੁਰਾਣੀਆਂ ਇਫੈਕਟ ਹੁੰਦੀਆਂ, ਪੁਰਾਣੀਆਂ ਬੌਂਡ ਟੁੱਟਦੀਆਂ ਨਵੀਆਂ ਬਣਦੀਆਂ, ਨਿਊਕਲੀਅਸ ਐਟਮ ਦੇ ਨਿਊਕਲੀਅਸ ਨੂੰ ਕੋਈ ਅਸਰ ਨਹੀਂ ਹੁੰਦਾ। ਬਟ ਇਨ ਕੇਸ ਆਫ ਨਿਊਕਲੀਅਰ ਫਿਊਲ, ਜਿਹੜੇ ਨਿਊਕਲੀਅਰ ਫਿਊਲ ਕਈ ਕੰਟਰੀ ਦੇ ਵਿੱਚ ਪਾਵਰ ਜਨਰੇਸ਼ਨ ਵਾਸਤੇ ਨਿਊਕਲੀਅਰ ਫਿਊਲ ਯੂਜ਼ ਕੀਤੇ ਜਾਂਦੇ ਆ, ਐਨਰਜੀ ਇਜ਼ ਲਿਬਰੇਟਡ ਬਾਈ ਦ ਫਿਸ਼ਨ ਔਰ ਫਿਊਜ਼ਨ ਆਫ ਨਿਊਕਲੀਅਸ। ਲੇਕਿਨ ਨਿਊਕਲੀਅਰ ਫਿਊਲ ਦੇ ਵਿੱਚ ਦੋ ਤਰ੍ਹਾਂ ਦੇ ਰਿਐਕਸ਼ਨ ਹੁੰਦੇ ਆ, ਆਈਦਰ ਦਾ ਨਿਊਕਲੀਅਰ ਫਿਸ਼ਨ, ਲੋ ਮੋਲੀਕੂਲਰ ਮਾਸ ਵਾਲੇ ਇਹ ਐਟਮ ਆਪਸ 'ਚ ਫਿਊਜ਼ ਹੋ ਗਏ ਵੱਡੇ ਮੋਲੀਕੂਲਰ ਮਾਸ ਵੱਡੇ ਐਟੋਮਿਕ ਮਾਸ ਵਾਲੇ ਨਿਊਕਲੀਅਸ ਪੈਦਾ ਕਰਦੇ ਆ, ਰਾਈਟ। ਫਿਸ਼ਨ ਦਾ ਮਤਲਬ ਹੁੰਦਾ ਵੱਡਾ ਮੋਲੀਕੂਲ ਬ੍ਰੇਕ ਹੋ ਗਈ, ਛੋਟੇ ਮੋਲੀਕੂਲ ਦਿੰਦੇ ਆ। ਸੋ ਇਹ ਜਿਹੜੇ ਛੋਟੇ ਐਟੋਮਿਕ ਮਾਸ ਵਾਲੇ ਐਟਮ ਹੈ ਆਪਸ ਦੇ ਵਿੱਚ ਫਿਊਜ਼ ਹੋ ਕੇ ਵੱਡੇ ਐਟੋਮਿਕ ਮਾਸ ਵਾਲਾ ਐਟਮ ਸਾਨੂੰ ਦਿੰਦੇ ਆ। ਸੋ ਇਸ ਤਰੀਕੇ ਦੇ ਨਾਲ ਨਿਊਕਲੀਅਸ ਦੇ ਵਿੱਚ ਹੀ ਚੇਂਜਿਸ ਆਉਂਦੀਆਂ। ਸੋ ਨਿਊਟਰੋਨ ਦੀ ਵਿੱਚ ਇਹਦੇ 'ਚ ਨਿਊਟਰਨ ਫਿਸ਼ਨ ਦੇ ਦੌਰਾਨ ਪੈਦਾ ਹੁੰਦੇ ਆ, ਫਿਊਜ਼ਨ ਦੇ ਦੌਰਾਨ ਯੂਟੀਲਾਈਜ਼ ਹੁੰਦੇ ਆ, ਔਰ ਇਸ ਪ੍ਰੋਸੈਸ ਦੇ ਦੌਰਾਨ ਬਹੁਤ ਜ਼ਿਆਦਾ ਐਨਰਜੀ ਪ੍ਰੋਡਿਊਸ ਹੁੰਦੀ ਆ, ਰਾਈਟ, ਜਿਹਨੂੰ ਅਸੀਂ ਕਿਸੇ ਵੀ ਪਰਪਸ, ਪੀਸਫੁਲ ਪਰਪਸ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਔਰ ਵਾਰ ਦੇ ਵਿੱਚ ਅਸੀਂ ਐਜ਼ ਏ ਵੇਪਨ ਵੀ ਯੂਜ਼ ਕਰ ਸਕਦੇ ਹਾਂ। ਸੋ ਇਹ ਸੀ ਸਾਡੇ ਕੋਲ ਜੀ ਕੁਐਸਚਨਸ ਜਿਹੜੇ ਆਪਾਂ ਇਸ ਟੌਪਿਕ ਦੇ ਵਿੱਚ ਡਿਸਕਸ ਕੀਤੇ ਆ। ਪਹਿਲਾ ਟੌਪਿਕ ਜਿਹੜਾ ਆਪਾਂ ਡਿਸਕਸ ਕੀਤਾ ਹੈ ਦੈਟ ਇਜ਼ ਦ ਕਰੈਕਟਰਿਸਟਿਕਸ ਆਫ ਗੁੱਡ ਫਿਊਲ। ਫਿਰ ਉਸ ਤੋਂ ਬਾਅਦ ਅਗਲਾ ਟੌਪਿਕ ਜਿਹੜਾ ਆਪਾਂ ਡਿਸਕਸ ਕੀਤਾ that is the advantage of liquid fuel over solid fuel and disadvantage of liquid fuel over solid fuel. Then advantage of gaseous fuel over solid and liquid fuel, and then its disadvantages। और एक क्वेश्चन भी मैं इत्थे डिस्कस करने की कोशिश की है कि न्यूक्लीयर फ्यूल जिहड़े आ नॉर्मल फ्यूल दे नालों किस तरीके दे नाल डिफरेंट हुंदे आ। सो अज दे लैक्चर दे विच इन्ना ही स्टूडेंट्स, बाकी अगले लैक्चर्स दे विच डिस्कस करांगे। चैप्टर फ्यूल चलदा है। सो थैंक यू वेरी मच स्टूडेंट्स।